ਉਹਨਾਂ ਨੇ 20 ਤਰੀਕ ਨੂੰ ਤਾਂ ਮਤਲਬ ਇਹ ਚੂਲਾ ਤੋੜਤਾ ਸੀਗਾ ਜੀ ਮੇਰਾ। ਤੇ ਕੰਪਨੀ ਨੇ ਕੋਈ ਜ਼ਿੰਮੇਵਾਰੀ ਨਹੀਂ ਲਿੱਤੀ ਹੈਗੀ ਕਿ ਹਾਂ ਇਸ ਤਰ੍ਹਾਂ ਦਾ ਕੋਈ ਗੱਲ ਨਹੀਂ ਕਰ ਸਕਦਾ ਧਰਮਪਾਲ ਸਾਡੇ ਨਾਲ? ਜੇ ਮੈਂ ਗੁਨਾਹਗਾਰ ਹੁੰਦਾ ਕੰਪਨੀ ਮੇਰੀ ਸੈਲਰੀ ਕਿਉਂ ਪਾਉਂਦੀ ਜੀ? इस टाइम असी बहुत तंग आ, बहुत ज्यादा। बच्चे वाले में से मेरे बच्चे की पढ़ाई खराब हो गई। ਟੌਰਚਰ ਕੀਤਾ ਬਹੁਤ ਤੇ ਟੁੱਡੇ ਛੁੱਡੇ ਪਾੜਤੀ ਜੀ ਉਹਨਾਂ ਨੇ। ਜਾਂਦੇ ਸਾਰੇ 3rd ਡਿਗਰੀ ਦਿੱਤੀ ਜੀ ਉਹਨਾਂ ਨੇ। तुमने पूछा की है उसने की दस तुमने एवं लत तोड़ती ਉਹਦੀ ਆ। ਇਹ 5 ਮੁਲਾਜ਼ਮ ਸੀਗੇ ਜੀ, ਪਛਾਣ ਆ ਜੀ ਮੈਨੂੰ ਉਹਨਾਂ ਦੀ। ਅਤਵਾਦੀਆਂ ਨਾਲ ਵੀ ਭੈੜਾ ਹਾਲ ਕਰਿਆ ਜੀ ਸਾਡੇ ਬੱਚੇ ਦਾ। ਸਾਡੇ ਕੋਲ ਤਾਂ ਘਰੇ ਮਤਲਬ 1000 ਰੁਪਏ ਵੀ ਨਹੀਂ ਬਚਦਾ ਹੈਗਾ ਵੀ ਅਸੀਂ ਇੰਨਾ ਵੱਡਾ ਪੈਸਾ ਸਾਡੇ ਅਸੀਂ ਕੀ ਕਰਨਾ ਸਾਡੇ ਕਿਸੇ ਕੰਮ ਦਾ। ਅਗਰ ਅਸੀਂ ਗੁਨਾਹਗਾਰ ਹੋਏ ਜੋ ਸਜ਼ਾ ਦਓਗੇ ਸਾਨੂੰ ਮਨਜ਼ੂਰ ਆਈ, ਚਾਹੇ ਬੇਸ਼ੱਕ ਗੋਲੀ ਮਾਰ ਦਿਓ, ਕੋਈ ਦਿੱਕਤ ਨਹੀਂ ਹੈ। ਸਤਿ ਸ਼੍ਰੀ ਅਕਾਲ, ਔਨ 에ਅਰ ਵੇਖ ਰਹੇ ਹੋ। ਮੈਂ ਤੁਹਾਡੇ ਨਾਲ ਕੁਲਵਿੰਦਰ ਘੁੰਮਣ। ਕੁਝ ਸਮਾਂ ਪਹਿਲੇ ਇੱਕ ਕੈਸ਼ ਗਵਨ ਦਾ ਮਾਮਲਾ ਸਾਹਮਣੇ ਆਇਆ ਸੀ। ਉਸੇ ਨੂੰ ਲੈ ਕੇ ਇੱਕ ਡਰਾਈਵਰ ਨੂੰ ਪੁਲਿਸ ਵੱਲੋਂ ਨਾਮਜ਼ਦ ਕੀਤਾ ਗਿਆ ਸੀ। ਉਹ ਸਨ ਧਰਮਪਾਲ। ਅੱਜ ਉਹਨਾਂ ਕੋਲ ਬੈਠੇ ਆ, ਗੱਲਬਾਤ ਕਰਾਂਗੇ ਕੀ ਮਾਮਲਾ ਸੀ ਸਾਰਾ ਤੇ ਕੀ ਗੱਲ ਹੋਈ ਸੀ ਉਸ ਸਮੇਂ ਤੇ ਪੁਲਿਸ ਨੇ ਕਿਉਂ ਉਹਨਾਂ ਨੂੰ ਨਾਮਜ਼ਦ ਕੀਤਾ ਸੀ, ਕਿਉਂਕਿ ਉਹ ਇੱਕ ਡਰਾਈਵਰ ਸੀ। ਉਹਨਾਂ ਨੂੰ ਹੀ ਕਿਉਂ ਨਾਮਜ਼ਦ ਕੀਤਾ ਸੀ ਕਿਉਂਕਿ ਕੈਸ਼ ਵੈਨ ਦੇ ਵਿੱਚ ਜਿਹੜੇ ਹੋ ਗਏ ਕੈਸ਼ ਪਾਉਣ ਜਾਂਦੇ ਨੇ, ਹੋਰ ਵੀ ਨਾਲ ਮੁਲਾਜ਼ਮ ਹੁੰਦੇ ਨੇ, ਮੈਨੇਜਰ ਹੁੰਦਾ ਕੈਸ਼ ਦਾ, ਜਿਹੜਾ ਕੈਸ਼ੀਅਰ ਹੁੰਦਾ ਉਹ ਨਾਲ ਹੁੰਦਾ, ਪਰ ਇਹਨਾਂ ਨੂੰ ਹੀ ਕਿਉਂ ਨਾਮਜ਼ਦ ਕੀਤਾ ਗਿਆ? ਧਰਮਪਾਲ ਜੀ, ਕੀ ਮਾਮਲਾ ਸੀ ਉਸ ਸਮੇਂ, ਕੀ ਗੱਲ ਹੋਈ ਸੀ ਸਾਰੀ ਜਿਹੜੇ ਕਿ ਤੁਹਾਨੂੰ ਹੀ ਨਾਮਜ਼ਦ ਕੀਤਾ ਗਿਆ ਪੁਲਿਸ ਵੱਲੋਂ ਔਰ ਤੁਹਾਡੇ ਨਾਲ ਹੀ ਸਾਰਾ ਕੁਝ ਹੋਇਆ? ਸਤਿ ਸ਼੍ਰੀ ਅਕਾਲ ਜੀ। ਸਰ ਸਾਨੂੰ ਤਾਂ ਖੁਦ ਨਹੀਂ ਪਤਾ ਜੀ ਪੁਲਿਸ ਨੇ ਕਿਉਂ ਕੀਤਾ ਜੀ ਕਿਉਂ ਨਹੀਂ ਕੀਤਾ। ਅਸੀਂ ਤਾਂ ਡਿਊਟੀ 'ਤੇ ਸੀਗੇ ਜੀ। ਸਾਨੂੰ ਕਸਟੋਡੀਅਨ ਕੋਲ ਡੀਐਸਪੀ ਸਾਹਿਬ ਦਾ ਫੋਨ ਆਇਆ, ਡੀਐਸਪੀ ਯੋਗੇਸ਼ ਸ਼ਰਮਾ ਜੀ ਦਾ। ਕਹਿੰਦੇ ਤੁਸੀਂ ਸਾਰਾ ਸਟਾਫ ਸਿਵਲ ਲਾਈਨ ਥਾਣੇ ਆ ਜਾਓ। ਅਸੀਂ ਸਿਵਲ ਲਾਈਨ ਥਾਣੇ ਚਲੇ ਗਏ ਜੀ। ਥਾਣੇ ਜਾ ਕੇ ਕਹਿੰਦੇ ਸਾਨੂੰ ਤੁਸੀਂ ਕੈਸ਼ ਲੁੱਟਿਆ? ਮੈਂ ਕਿਹਾ ਸਰ ਨਹੀਂ, ਸਾਨੂੰ ਤਾਂ ਕੁਝ ਨਹੀਂ ਪਤਾ ਜੀ। ਕਹਿੰਦੇ ਵੀ ਦੱਸੋ ਕੈਸ਼ ਕਿੱਥੇ ਆ? ਅਸੀਂ ਕਿਹਾ ਸਰ ਸਾਨੂੰ ਜੇ ਗੁਨਾਹਗਾਰ ਹੋਏ ਸਾਨੂੰ ਤੁਸੀਂ ਨਾ ਇੱਥੇ ਬਿਠਾ ਲਓ, ਇਨਕੁਆਇਰੀ ਕਰ ਲਓ, ਠੀਕ ਹੈ ਜੀ। ਅਗਰ ਅਸੀਂ ਗੁਨਾਹਗਾਰ ਹੋਏ ਤੁਸੀਂ ਜੋ ਸਜ਼ਾ ਦਓਗੇ ਸਾਨੂੰ ਮਨਜ਼ੂਰ ਆਈ, ਚਾਹੇ ਬੇਸ਼ੱਕ ਗੋਲੀ ਮਾਰ ਦਿਓ, ਕੋਈ ਦਿੱਕਤ ਨਹੀਂ ਹੈ। ਕਹਿੰਦੇ ਜੀ ਨਹੀਂ ਜੀ ਤੁਸੀਂ ਦੱਸੋ ਜੋ ਕੀਤਾ ਤੁਸੀਂ ਉਹ ਕੀਤਾ। ਮੈਂ ਸਰ ਵੈਸੇ ਮੈਂ ਤਾਂ ਡਰਾਈਵਰ ਆ, ਮੈਨੂੰ ਤਾਂ ਇਹਨੇ ਚੀਜ਼ ਪਤਾ ਨਹੀਂ ਹੈ, ਨੌਲੇਜ ਨਹੀਂ ਹੁੰਦੀ। ਕੈਸ਼ ਪਾਉਣਾ ਅਤੇ ਕੱਢਣਾ ਤਾਂ ਕਸਟੋਡੀਅਨ ਦਾ ਕੰਮ ਹੈ ਜੀ। ਉਹ ਕਹਿੰਦੇ ਤੁਸੀਂ ਮੰਨਣਾ ਜਾਂ ਫਿਰ ਸਾਨੂੰ ਛੇ ਸਟਾਫ ਭੇਜ ਦਈਏ। ਫਿਰ ਜੀ ਸਰ ਉਹਨਾਂ ਨੇ ਮੈਂ ਸਰ ਇਨਕੁਆਇਰੀ ਕਰ ਲਓ ਜੀ, ਸਾਨੂੰ ਜਿੱਥੇ ਮਰਜ਼ੀ ਭੇਜ ਦਿਓ, ਕੋਈ ਦਿੱਕਤ ਨਹੀਂ ਆ ਜੀ, ਪਰ ਇਨਕੁਆਇਰੀ ਕਰੋ ਜੀ, ਸੱਚ ਦੇ ਆਧਾਰ 'ਤੇ ਕਰਿਓ ਜੋ ਕਰਨਾ। ਬਾਜੀ ਉਹਨਾਂ ਨੇ ਸਾਨੂੰ 6 ਸਟਾਫ ਭੇਜਤਾ। 6 ਸਟਾਫ ਸਾਰਾ ਸਟਾਫ ਉੱਥੇ ਬੈਠਾ ਸੀਗਾ ਜੀ। ਐਸਐਸਪੀ ਸਾਹਿਬ ਬੈਠੇ ਸੀ ਮੌਕੇ 'ਤੇ, 3 ਥਾਣੇ ਦੇ ਐਸਐਚਓ ਸਾਹਿਬ ਬੈਠੇ ਸੀਗੇ। ਉਹਨਾਂ ਨੇ ਵੀ ਇਹੀ ਗੱਲ ਕੀਤੀ, ਕਹਿੰਦੇ ਕੈਸ਼ ਕਿੱਥੇ ਹੈ? ਮੈਂ ਸਰ ਕੈਸ਼ ਸਾਨੂੰ ਪਤਾ ਨਹੀਂ ਜੀ, ਨਾ ਅਸੀਂ ਇਹੋ ਜਿਹਾ ਕੰਮ ਕੀਤਾ, ਤੁਸੀਂ ਇਨਕੁਆਇਰੀ ਕਰ ਲਓ। ਐਸਐਸਪੀ ਸਾਹਿਬ ਨੂੰ ਬਹੁਤ ਮਿਹਨਤਾਂ ਕੀਤੀਆਂ ਜੀ, ਇਨਕੁਆਇਰੀ ਕਰ ਲਓ ਵੀ ਮੈਂ ਤਾਂ ਡਰਾਈਵਰ ਹੈ ਜੀ। ਫਿਰ ਉਹਨਾਂ ਨੇ ਕਿਹਾ ਚਲ ਬਾਹਰ ਬੈਠ ਥੋੜ੍ਹੀ ਦੇਰ, ਚਲੋ ਬਾਹਰ ਬਿਠਾਇਆ। ਫਿਰ ਉਹਨੇ ਆਪਸ 'ਚ ਕੀ ਸਲਾਹ ਕੀਤੀ ਜੀ, ਫਿਰ ਬੁਲਾ ਲਿਆ ਅੰਦਰ ਮੈਨੂੰ। ਅੰਦਰ ਕਰੇ ਤੁਹਾਨੂੰ ਤਾਂ ਮੰਨਣਾ ਹੀ ਪੈਣਾ। ਅਤੇ ਇੱਕ ਸਵਾਲ ਖੜਾ ਹੁੰਦਾ ਕਿ ਡਰਾਈਵਰ ਹੋ ਤੁਸੀਂ, ਡਰਾਈਵਰ ਨੂੰ ਹੀ ਕਿਉਂ ਕਰਿਆ ਜਾ ਰਿਹਾ ਹੈ? ਬਾਕੀ ਸਟਾਫ ਨੂੰ ਕਿਉਂ ਨਾਲ ਉਹ ਤੁਹਾਡੇ ਨਾਲ ਬੁਲਾਇਆ ਗਿਆ ਸੀ ਉੱਥੇ? ਤੁਸੀਂ ਜਿਸ ਤਰ੍ਹਾਂ ਕਹਿ ਰਹੇ ਹੋ ਕੈਸ਼ ਦੇ ਵਿੱਚ ਹੋਰ ਵੀ ਹੁੰਦੇ ਨੇ, ਮੁਲਾਜ਼ਮ ਹੁੰਦੇ ਨੇ ਨਾਲ ਪਾਉਣ ਵਾਸਤੇ ਜਾਂਦੇ, ਤੁਹਾਨੂੰ ਹੀ ਕਿਉਂ ਬੁਲਾਇਆ ਗਿਆ ਉੱਥੇ? ਤੁਹਾਡੇ ਹੀ ਨਾਮ ਕਿਉਂ ਲਿੱਤਾ ਗਿਆ? ਕੋਈ ਦੁਸ਼ਮਣੀ ਸੀ ਤੁਹਾਡੇ ਨਾਲ ਕਿਸੇ ਦੀ? ਸਰ ਬੁਲਾਇਆ ਤਾਂ ਸਾਰਿਆਂ ਨੂੰ ਸੀਗਾ ਜੀ, ਸਾਰੇ ਸਟਾਫ ਨੂੰ ਬੁਲਾਇਆ ਸੀਗਾ। ਅਤੇ ਕੋਈ ਕਸਟੋਡੀਅਨ ਸੀਗੇ, ਉਹ ਫੋਨ ਤਾਂ ਉਹਨਾਂ ਕੋਲ ਆਇਆ ਸੀ। ਸਾਨੂੰ ਤਾਂ ਕਿਸੇ ਨੇ ਬੁਲਾਇਆ ਨਹੀਂ ਸੀਗਾ। ਫੋਨ ਆਇਆ ਸੀ ਉਹਨਾਂ ਕੋਲ, ਉਹ ਕਹਿੰਦੇ ਸਾਡੇ ਨਾਲ ਚੱਲੋ। ਅਸੀਂ ਚੱਲ ਪਏ ਨਾਲ ਜੀ, ਸਾਡੀ ਡਿਊਟੀ ਬਣਦੀ ਜਿੱਥੇ ਕਸਟੋਡੀਅਨ ਕਹੇਗਾ ਅਸੀਂ ਜਾਵਾਂਗੇ ਜੀ। ਅਤੇ ਉਹ ਬੁਲਾਇਆ ਉੱਥੇ ਜਾ ਕੇ ਸਰ ਉਲਟਾ ਹੀ ਹੋ ਗਿਆ ਸਾਰਾ ਕੁਛ। ਉੱਥੇ ਜਾ ਕੇ ਪਤਾ ਲੱਗਿਆ ਕਹਿੰਦੇ ਤੁਹਾਨੂੰ ਮਤਲਬ ਕੈਸ਼ ਦੋ ਕਿੱਥੇ ਆ? ਮੈਂ ਸਰ ਸਾਨੂੰ ਤਾਂ ਪਤਾ ਨਹੀਂ ਜੀ ਕੈਸ਼ ਬਾਰੇ, ਮੈਂ ਤੁਸੀਂ ਇਨਕੁਆਇਰੀ ਕਰ ਲਓ। ਇਹੀ ਗੱਲ ਹੋਈ ਹੈ ਜੀ। ਫਿਰ ਸਾਨੂੰ 6 ਸਟਾਫ ਭੇਜਤਾ ਜੀ। ਉਸ ਤੋਂ ਬਾਅਦ ਜੀ 6 ਸਟਾਫ ਜਾ ਕੇ ਸਾਡੇ ਨਾਲ ਇਹ ਕੰਮ ਹੋ ਗਿਆ ਜੀ। ਐਸਐਸਪੀ ਸਾਹਿਬ ਬਾਕੀ ਮੌਕੇ 'ਤੇ ਬੈਠੇ ਸੀਗੇ, ਉਹਨਾਂ ਨੂੰ ਕਿਹਾ ਮੈਂ ਸਰ ਰਿਕੁਐਸਟ ਹੈ ਜੀ ਇਨਕੁਆਇਰੀ ਕਰ ਲਓ, ਗਰੀਬ ਬੰਦੇ ਆ ਅਸੀਂ, ਸਾਡੇ ਕੋਲ ਤਾਂ ਘਰੇ ਮਤਲਬ 1000 ਰੁਪਏ ਵੀ ਨਹੀਂ ਬਚਦਾ ਹੈਗਾ ਵੀ ਅਸੀਂ ਇੰਨਾ ਵੱਡਾ ਪੈਸਾ ਸਾਡੇ ਅਸੀਂ ਕੀ ਕਰਨਾ ਸਾਡੇ ਕਿਸੇ ਕੰਮ ਦਾ। ਚਲੋ ਜੀ ਨਹੀਂ ਮੰਨੇ ਜੀ, ਉਹ ਉਹਨਾਂ ਨੇ ਮਾਰ ਕਟਾਈ ਸ਼ੁਰੂ ਕਰਤੀ ਆ। ਉਹਨਾਂ ਨੇ ਜੀ ਟੌਰਚਰ ਕੀਤਾ, ਬਹੁਤ ਗਲਤ ਤਰੀਕੇ ਨਾਲ ਕੀਤਾ ਜੀ। ਕਰੰਟ ਲਗਾਇਆ ਜੀ ਅਤੇ ਟੁੱਡੇ ਛੁੱਡੇ ਪਾੜਤੇ ਜੀ ਉਹਨਾਂ ਨੇ। ਜਾਂਦੇ ਸਾਰੇ 3rd ਡਿਗਰੀ ਦਿੱਤੀ ਜੀ ਉਹਨਾਂ ਨੇ। ਅਤੇ ਫਿਰ ਉਹ ਕਰਨ ਤੋਂ ਬਾਅਦ ਮੇਰੇ ਕੋਲ ਹੈ ਕੀ ਸੀਗਾ, ਕੁਛ ਵੀ ਨਹੀਂ। ਫਿਰ ਚਲੇ ਗਏ ਜੀ ਐਸਐਸਪੀ ਸਾਹਿਬ ਕੋਲ, ਲੈ ਗਏ ਮੈਨੂੰ ਦੁਬਾਰਾ। ਫਿਰ ਕੱਪੜੇ ਪਵਾ ਕੇ ਮੈਂ ਕਹਿੰਦੇ ਸਾਰੇ ਤਾਂ ਕੁਛ ਨਿਕਲਦਾ ਹੈ ਨਹੀਂ। ਐਸਐਸਪੀ ਸਾਹਿਬ ਨੇ ਖੁਦ ਕਹੀ ਤੁਹਾਨੂੰ ਕਾਹਦੇ ਵਾਸਤੇ ਰੱਖਿਆ?
ਬਣਾਉਣਾ ਤੁਹਾਡਾ ਕੰਮ ਆ, ਫਿਰ ਪਿੱਛੇ ਭੇਜਤਾ ਜੀ। ਤੇ ਡੀਐਸਪੀ ਸਾਹਿਬ ਕਹਿੰਦੇ ਲੈ ਜਾਓ ਇਸ ਨੂੰ ਤੇ ਮਨਾਓ। ਤੇ ਹੁਣ 2 ਵਾਰ ਫਿਰ ਉਹਨਾਂ ਨੇ ਮੈਨੂੰ ਇੱਦਾਂ ਕੀਤਾ। ਉਹ ਮੈਂ ਹਾਈ ਕੁਛ ਨਹੀਂ ਜੀ, ਮੈਂ ਕੀ ਦੱਸਾਂ ਜੀ। ਫਿਰ ਮੈਂ ਤਾਂ ਲਾਸਟ ਕਹਿਤਾ, ਮੈਂ ਤੁਸੀਂ ਦੱਸ ਦਿਓ ਮੈਨੂੰ ਕਹਿਣਾ ਕੀ ਹੈ ਜੀ, ਮੈਨੂੰ ਛੱਡ ਦਿਓ। ਕਹਿੰਦੇ ਸੱਚ ਦੱਸ। ਮੈਂ ਸੱਚ ਤੁਹਾਨੂੰ ਦੱਸਦਾ ਰਿਹਾ ਜੀ, ਹੋਰ ਇਸ ਤੋਂ ਮੇਰੇ ਕੋਲ ਕੁਛ ਨਹੀਂ ਹੈਗਾ। ਉਹ ਫਿਰ ਐਸਐਸਪੀ ਸਾਹਿਬ ਕੋਲ ਗਏ, ਉਹਨਾਂ ਨੇ ਫਿਰ ਭੇਜਤਾ ਉਹਨਾਂ ਨੂੰ। ਫਿਰ ਉਹਨਾਂ ਨੇ ਜੀ ਮੇਰਾ ਲੱਤੇ ਜੜੋਂ ਪੱਟਤੀ। ਤਸ਼ੱਦਦ ਸੀ ਸਟਾਫ ਦੇ ਵਿੱਚ ਹੋਇਆ, ਤੁਸੀਂ ਕਹਿ ਰਹੇ ਹੋ ਕਿ ਚੱਡੇ ਪਾੜ ਤੇ ਸਾਰਾ ਕੁਝ, ਲੱਤ ਜਿਸ ਤਰ੍ਹਾਂ ਕਿ ਤੁਸੀਂ ਚੂਲਾ ਤੁਹਾਡਾ ਤੁਸੀਂ ਟੁੱਟਿਆ ਹੋਇਆ, ਤੁਹਾਡੀ ਲੱਤ ਜਿਹੜੀ ਹੈਗੀ ਤੁਹਾਡੇ ਤੁਰਿਆ ਵੀ ਨਹੀਂ ਜਾ ਰਿਹਾ, ਕਿਸ ਤਰ੍ਹਾਂ ਦਾ ਤਸ਼ੱਦਦ ਹੋਇਆ ਸੀ ਉੱਥੇ? ਕਿ ਹੋਰ ਇਸ ਤੋਂ ਇਲਾਵਾ ਕੀ ਕੀਤਾ ਗਿਆ? ਕਿੰਨੇ ਮੁਲਾਜ਼ਮ ਸੀ ਜਿਹੜੇ ਤਸ਼ੱਦਦ ਕਰ ਰਹੇ ਸੀ ਤੁਹਾਡੇ ਨਾਲ? ਤਾਂ ਟੋਟਲ 5 ਮੁਲਾਜ਼ਮ ਸੀਗੇ ਜੀ। 2 ਵਾਲੇ ਲੱਤਾਂ ਫੜੀਆਂ ਸੀ, ਖਿੱਚ ਰਹੇ ਸੀਗੇ ਜੀ, ਇੱਕ ਨੇ ਪਿੱਛੋਂ ਫੜ ਰੱਖਿਆ ਸੀਗਾ ਜੀ। ਇਹ 5 ਮੁਲਾਜ਼ਮ ਸੀਗੇ ਜੀ। ਪਛਾਣ ਆ ਜੀ ਮੈਨੂੰ ਉਹਨਾਂ ਦੀ ਮੁਲਾਜ਼ਮਾਂ ਦੀ, ਤੇ ਪਛਾਣ ਨਾਲ ਜੇ ਸਾਹਮਣੇ ਆਣ ਕੇ ਪਛਾਣ ਸਕਦਾ ਜੀ ਮੈਂ, ਕੋਈ ਐਸੀ ਗੱਲ ਨਹੀਂ ਹੈ ਜੀ। ਧਰਮਪਾਲ ਜੀ, ਤੁਸੀਂ ਵੀ ਇੱਕ ਪੁਲਿਸ ਮੁਲਾਜ਼ਮ ਦੇ ਬੇਟੇ ਹੋ, ਤੇ ਪੁਲਿਸ ਮੁਲਾਜ਼ਮ ਦੇ ਬੇਟੇ ਹੋਣ ਦੇ ਬਾਵਜੂਦ ਵੀ ਤੁਹਾਡੇ ਨਾਲ ਇਸ ਤਰ੍ਹਾਂ ਦਾ ਤਸ਼ੱਦਦ, ਤੁਸੀਂ ਦੱਸਿਆ ਨਾ ਕਿ ਮੇਰੇ ਫਾਦਰ ਵੀ ਪੁਲਿਸ ਦੇ ਵਿੱਚ ਨੇ, ਕਿ ਇਸ ਤਰ੍ਹਾਂ ਤੁਸੀਂ ਮੈਨੂੰ ਟੌਰਚਰ ਕਰ ਰਹੇ ਹੋ ਕਿ ਪਹਿਲੇ ਤਾਂ ਅਦਾਲਤ ਵਿੱਚ ਹੁੰਦਾ ਕਿ ਅਦਾਲਤ ਜਦ ਤੱਕ ਜੁਰਮ ਨਾ ਕਬੂਲ ਹੋ ਜਾਏ ਉਦੋਂ ਤੱਕ ਕੋਈ ਕੁਝ ਕਹਿੰਦਾ, ਜਾਂ ਰਿਮਾਂਡ 'ਤੇ ਲਿੱਤਾ ਗਿਆ ਸੀ ਤੁਹਾਨੂੰ ਉਸ ਟਾਈਮ, ਅਦਾਲਤ 'ਚ ਪੇਸ਼ ਕਰ ਦਿੱਤਾ ਗਿਆ ਸੀ? ਅਦਾਲਤ ਨੂੰ ਕਿਸੇ ਜੱਜ ਸਾਹਿਬ ਕੋਲ ਪੇਸ਼ ਨਹੀਂ ਕੀਤਾ ਜੀ। ਉਹਨਾਂ ਨੇ 20 ਤਰੀਕ ਨੂੰ ਤਾਂ ਮਤਲਬ ਇਹ ਚੂਲਾ ਤੋੜਤਾ ਸੀਗਾ ਜੀ ਮੇਰਾ। ਉਹਨਾਂ ਨੇ ਮੈਨੂੰ ਗ੍ਰਿਫਤਾਰੀ ਦਿਖਾਈ ਆ 22 ਤਰੀਕ ਦੀ, ਅਤੇ ਰਿਮਾਂਡ ਵੀ ਸਰ ਦਿੱਤਾ, ਉੱਪਰ ਰਿਮਾਂਡ ਦਿੰਦੇ ਰਹੇ ਨੇ। ਉਹ ਮੈਨੂੰ ਕਿਸੇ ਜੱਜ ਸਾਹਿਬ ਕੋਲ ਪੇਸ਼ ਨਹੀਂ ਕੀਤਾ। ਉਹ ਜਾਣ ਕੇ 6-6:30 ਵਜੇ ਲੈ ਕੇ ਜਾਂਦੇ ਸੀਗੇ, ਜੱਜ ਸਾਹਿਬ ਦੀ ਕੋਠੀ ਲੈ ਕੇ ਜਾਂਦੇ ਸੀ, ਸਾਨੂੰ ਗੱਡੀ 'ਚ ਬਿਠਾ ਕੇ ਰੱਖਦੇ ਸੀਗੇ। ਗੱਡੀ 'ਚ ਬਿਠਾ ਕੇ ਅੰਦਰ ਜਾ ਕੇ ਆਪ ਖੁਦ ਰਿਮਾਂਡ ਲਿਆਉਂਦੇ ਸੀਗੇ ਜੀ, ਸਾਈਨ ਕਰਾ ਲਿਆਉਂਦੇ ਸੀ। ਸਾਨੂੰ ਜੱਜ ਸਾਹਿਬ ਕੋਲ ਪੇਸ਼ ਹੀ ਨਹੀਂ ਕੀਤਾ ਜੀ ਕਿਸੇ ਕੋਲ ਵੀ। ਜਿਸ ਤਰ੍ਹਾਂ ਕਿ ਹੁਣ ਇਹਨਾਂ ਤੁਹਾਡੇ ਨਾਲ ਹੋਇਆ, ਫਿਰ ਕੀ ਪੂਰੀ ਗੱਲ ਕਿ ਚੂਲਾ ਕਿਸ ਤਰ੍ਹਾਂ ਟੁੱਟਿਆ? ਜਿਸ ਤਰ੍ਹਾਂ ਕਿ ਤੁਸੀਂ ਦੱਸ ਰਹੇ ਹੋ ਕਿ ਚੂਲਾ ਵੀ ਮੇਰਾ ਟੁੱਟਿਆ, ਚੱਡੇ ਪਾੜਤਾ ਗਿਆ, ਕਿ ਕਿਸ ਨੇ ਕੀਤਾ ਹੈ? ਕਿ ਫਿਰ ਕੀ ਇਲਾਜ ਕਿਸ ਨੇ ਕਰਵਾਇਆ ਤੁਹਾਡਾ ਫਿਰ ਸਾਰਾ? ਸਰ ਮੇਰਾ 20 ਤਰੀਕ ਨੂੰ ਤੋੜਿਆ ਸੀਗਾ ਇਹਨਾਂ ਨੇ, ਮੈਨੂੰ 26 ਤਰੀਕ ਤੱਕ ਦੇ ਘੁਮਾਉਂਦੇ ਰਹੇ ਨੇ। ਇਹ ਇੱਧਰ ਉੱਧਰ ਲੁਕਾਉਂਦੇ ਰਹੇ, ਕਿਸੇ ਥਾਣੇ 'ਚ ਲੁਕਾਉਤਾ, ਕਦੇ ਇਸ ਥਾਣੇ 'ਚ ਲੁਕਾਉਤਾ, ਨਾ ਕਿਸੇ ਨੂੰ ਮਿਲਣ ਦਿੱਤਾ, ਨਾ ਸਾਡੇ ਘਰੇ ਸੂਚਿਤ ਕੀਤਾ ਕਿਸੇ ਨੂੰ। ਫਿਰ 26 ਤਰੀਕ ਨੂੰ ਸਰ ਮੈਨੂੰ ਹੌਸਪੀਟਲ ਆਪ ਹੀ ਲੈ ਕੇ ਗਏ ਨੇ, ਉਹ ਆਪ ਹੀ ਲੈ ਕੇ ਗਏ ਨੇ। ਉਸ ਤੋਂ ਪਹਿਲਾਂ ਉਹਨਾਂ ਨੇ ਜੀ ਮੇਰਾ ਕਿਸੇ ਗਲਤ ਨਾਮ ਦੇ ਉੱਪਰ ਉਹ ਐਕਸਰੇ ਕਰਵਾ ਕੇ ਦੇਖਿਆ ਪਹਿਲਾਂ, 1 ਦਿਨ ਪਹਿਲਾਂ। ਉਹ ਆਪਣਾ ਪਟਿਆਲਾ ਹੌਸਪੀਟਲ ਦੇ ਨਾਲ ਹੈ ਜੀ, ਪਟਿਆਲਾ ਹਾਰਟ ਦੇ ਨਾਲ, ਸ਼ਾਇਦ ਸਿਗਮਾ, ਸ਼ਾਇਦ ਕੁਛ ਐਸਾ ਲੈਬੋਰਟਰੀ ਸੀਗੀ ਉਹ। ਉੱਥੇ ਮੇਰਾ ਐਕਸਰੇ ਕਰਵਾਇਆ। ਉੱਥੇ ਉਹਨਾਂ ਨੇ ਮੇਰਾ ਰਣਜੀਤ ਸਿੰਘ ਦੇ ਨਾਮ 'ਤੇ ਇਹ ਐਕਸਰੇ ਕਰਵਾਇਆ। ਉੱਥੋਂ ਪਤਾ ਲੱਗਿਆ। ਫਿਰ ਅਗਲੇ ਦਿਨ ਮੈਨੂੰ ਸਰ ਉਹ ਰਜਿੰਦਰਾ ਹੌਸਪੀਟਲ ਲੈ ਗਏ ਨੇ। ਉੱਥੇ ਮਤਲਬ ਇਹਨਾਂ ਨੇ ਆਪ ਹੀ ਇਲਾਜ ਕਰਵਾਇਆ ਮੇਰਾ, ਟੈਂਪਰੇਰੀ ਇਲਾਜ ਹੋਇਆ ਜੀ। 2 ਆਪਰੇਸ਼ਨ ਉੱਥੇ ਹੋ ਲਏ ਮੇਰੇ ਰਜਿੰਦਰਾ ਹੌਸਪੀਟਲ 'ਚ। ਜੀ ਤੁਹਾਡੇ ਨਾਲ ਤਸ਼ੱਦਦ ਹੋ ਗਿਆ, ਜਿਹੜੇ ਤੁਹਾਡੇ ਨਾਲ ਸਾਥੀ ਸੀ ਤਾਂ ਉਹਨਾਂ ਨੂੰ ਵੀ ਬੁਲਾਇਆ ਗਿਆ ਸੀ ਉਸ ਟਾਈਮ, ਉਹਨਾਂ ਨਾਲ ਕੀ ਗੱਲਬਾਤ ਹੋਈ? ਉਹਨਾਂ ਨੂੰ ਛੱਡ ਦਿੱਤਾ ਸੀ ਉਸ ਟਾਈਮ, ਜਾਂ ਉਹ ਨਾਲ ਹੀ ਸੀ ਤੁਹਾਡੇ? ਤੇ ਜਾਂ ਕੰਪਨੀ ਜਿਹੜੀ ਹੈਗੀ ਹੈ ਤੁਹਾਡੀ, ਉਹਨਾਂ ਨੇ ਕੋਈ ਸਾਰ ਨਹੀਂ ਲਿੱਤੀ? ਕੰਪਨੀ ਨੇ ਕੋਈ ਜ਼ਿੰਮੇਵਾਰੀ ਨਹੀਂ ਲਿੱਤੀ ਹੈਗੀ ਕਿ ਹਾਂ ਇਸ ਤਰ੍ਹਾਂ ਦਾ ਕੋਈ ਗੱਲ ਨਹੀਂ ਕਰ ਸਕਦਾ ਧਰਮਪਾਲ ਸਾਡੇ ਨਾਲ ਕੰਮ ਕਰਦਾ ਹੈ, ਜਾਂ ਕੀ ਗੱਲ ਹੋਈ ਸਾਰੀ? ਸਰ ਕੰਪਨੀ ਨੂੰ ਮੈਂ ਦੱਸਤਾ ਸੀਗਾ ਕੰਪਨੀ ਨੂੰ ਵੀ ਇਸ ਤਰ੍ਹਾਂ ਮੈਨੂੰ ਹੈਲਪ ਦੀ ਜ਼ਰੂਰਤ ਆ। ਜਦ ਤੱਕ ਮੇਰੇ ਕੋਲ ਫੋਨ ਸੀਗਾ ਵੀ ਸਾਨੂੰ ਇਹਦਾ ਸਾਡਾ ਧੱਕਾ ਹੋ ਰਿਹਾ ਜੀ। ਉਹ ਕਹਿੰਦੇ ਨੇ, ਉਹਨਾਂ ਨੇ ਮੈਨੂੰ ਇੰਨਾ ਹੌਸਲਾ ਦਿੱਤਾ ਸੀ ਵੀ ਜਦ ਕੱਲ੍ਹ ਨੂੰ ਆ ਕੇ ਦੇਖਦੇ ਹਾਂ ਅਸੀਂ, ਠੀਕ ਹੈ, ਕੋਈ ਗੱਲ ਨਹੀਂ, ਤੂੰ ਚਿੰਤਾ ਨਾ ਕਰ। ਪਰ ਉਸ ਤੋਂ ਬਾਅਦ ਸਰ ਉਹਨਾਂ ਨੇ ਵੀ ਜਦ ਮੇਰੀ ਹਾਲਤ ਦੇਖ ਲਈ ਉਹਦਾ, ਕਿਉਂਕਿ ਮੇਰਾ ਵਾਲਾ ਪਹਿਲੇ ਦਿਨ ਹੀ ਕੰਮ ਇਹ ਹੋ ਗਿਆ ਸੀਗਾ। ਉਸ ਤੋਂ ਬਾਅਦ ਕਿਸੇ ਨੇ ਹੈਲਪ ਨਹੀਂ ਕੀਤੀ ਜੀ, ਫੋਨ ਵੀ ਨਹੀਂ ਕੀਤਾ ਮੁੜ ਕੇ ਜੀ। ਜਦੋਂ ਮੈਂ ਜ਼ਮਾਨਤ ਦੇ ਬਾਹਰ ਆਇਆ ਉਦੋਂ ਮੈਂ ਉਹਨਾਂ ਨੂੰ ਕਿਹਾ ਸੀ ਵੀ ਇਹ ਕੀ ਹੋ ਗਿਆ, ਵੀ ਤੁਸੀਂ ਮਤਲਬ ਤੁਹਾਡਾ ਫਰਜ਼ ਬਣਦਾ ਸੀਗਾ ਵੀ ਤੁਸੀਂ ਤਾਂ ਹੈਲਪ ਤਾਂ ਕੀ ਕਰਨੀ ਸੀ, ਮੇਰੀ ਤੁਸੀਂ ਸੈਲਰੀ ਵੀ ਨਹੀਂ ਪਾਈ। ਫਿਰ ਉਹਨਾਂ ਨੇ ਸਰ 20 ਦਿਨਾਂ ਦੀ ਮੇਰੀ ਸੈਲਰੀ ਪਾਤੀ, ਕਿਉਂਕਿ ਮੈਂ 20 ਤਰੀਕ ਤੱਕ ਮੈਂ ਡਿਊਟੀ 'ਤੇ ਸੀਗਾ, ਤਾਂ ਮੇਰੀ 20 ਦਿਨ ਦੀ ਸੈਲਰੀ ਪਾਤੀ ਸੀ ਬਸ। ਉਸ ਤੋਂ ਇਲਾਵਾ ਹੋਰ ਕੋਈ ਹੈਲਪ ਨਹੀਂ ਕੀਤੀ। ਅਗਰ ਮੈਂ ਗੁਨਾਹਗਾਰ ਹੁੰਦਾ, ਜੇ ਕੰਪਨੀ ਨੂੰ ਪਤਾ ਵੀ ਕੌਣ ਗੁਨਾਹਗਾਰ ਹੈ ਕੌਣ ਸਹੀ ਆ, ਜੇ ਮੈਂ ਗੁਨਾਹਗਾਰ ਹੁੰਦਾ ਕੰਪਨੀ ਮੇਰੀ ਸੈਲਰੀ ਕਿਉਂ ਪਾਉਂਦੀ ਜੀ 20 ਦਿਨਾਂ ਦੀ? ਸੋ ਤੁਸੀਂ ਦੇਖਿਆ ਕਿ ਕਿਸ ਤਰ੍ਹਾਂ ਨਾਲ ਧਰਮਪਾਲ ਦੇ ਨਾਲ ਇੰਨਾ ਤਸ਼ੱਦਦ ਪੁਲਿਸ ਵੱਲੋਂ ਕੀਤਾ ਗਿਆ, ਜਦ ਕਿ ਅਜੇ ਤੱਕ ਗੁਨਾਹ ਕੋਈ ਹਜੇ ਸਾਬਤ ਨਹੀਂ ਹੋਇਆ ਮਾਨਯੋਗ ਅਦਾਲਤ ਵੱਲੋਂ। ਫੈਮਿਲੀ ਦੇ ਵਿੱਚ ਕੌਣ-ਕੌਣ ਹੈ ਉਹ ਵੀ ਜਾਣਦੇ ਆ। ਧਰਮਪਾਲ ਜੀ, ਕੌਣ-ਕੌਣ ਹੈ ਫੈਮਿਲੀ ਦੇ ਵਿੱਚ? ਕਿਉਂਕਿ ਸੁਣਨ 'ਚ ਆਇਆ ਕਿ ਇਕੱਲੇ ਤੁਸੀਂ ਹੀ ਸਹਾਰਾ ਸੀ ਘਰ ਦੇ ਵਿੱਚ ਇੱਕ। ਹਾਂਜੀ ਸਰ, ਮੇਰੇ 3 ਬੱਚੇ ਹੈ ਜੀ, 2 ਬੇਟੀਆਂ ਨੇ, 1 ਬੇਟਾ ਹੈ ਜੀ। ਬਸ ਜੋ ਕੁੱਲ ਮਿਲਾ ਕੇ ਘਰ ਵਾਲੀ ਥੋੜ੍ਹਾ ਬਹੁਤਾ ਸਿਲਾਈ ਸਲੂਈ ਦਾ ਕੰਮ ਕਰ ਲੈਂਦੀ ਹੈ ਜੀ। ਕੁੱਲ ਦੋਨੋਂ ਮਿਲ ਕੇ ਜੀ ਬੱਚਿਆਂ ਦੀ ਮਤਲਬ ਫਿਊਚਰ ਵਾਸਤੇ ਕਰ ਰਹੇ ਸੀਗੇ, ਆਪਣੇ ਵਾਸਤੇ ਅਸੀਂ ਕੋਈ ਸੋਚਿਆ ਨਹੀਂ ਗਾ ਜੀ, ਕਿਉਂਕਿ ਸਾਡੀ ਤਾਂ ਲੰਘ ਗਈ ਜ਼ਿੰਦਗੀ ਜੀ। ਵੀ ਚਲੋ ਬੱਚਿਆਂ ਨੂੰ ਵਧੀਆ ਸਟੱਡੀ ਦੇ ਰਹੇ ਸੀਗੇ, ਵੀ ਚਲੋ ਅਸੀਂ ਤਾਂ ਕੁਛ ਨਹੀਂ ਬਣ ਸਕੇ, ਵੀ ਚਲੋ ਬੱਚੇ ਪ੍ਰਾਈਵੇਟ ਸਕੂਲ 'ਚ ਪੜ੍ਹ ਜਾਣਗੇ, ਕੁਛ ਅੱਗੇ ਚੰਗੀ ਜੋਬ 'ਤੇ ਲੱਗ ਸਕਦੇ ਨੇ। ਅਸੀਂ ਤਾਂ ਧੱਕੇ ਖਾ ਹੀ ਰਹੇ ਹਾਂ, ਅਸੀਂ ਤਾਂ ਇਹੀ ਮਿਹਨਤ ਕਰ ਰਹੇ ਸੀਗੇ ਜੀ। ਪਰ ਹੁਣ ਜਦੋਂ ਆ ਮੇਰੇ ਨਾਲ ਹਾਦਸਾ ਹੋ ਗਿਆ ਜੀ, ਪਰ ਹੁਣ ਸਾਰਾ ਕੁਝ ਹੀ ਖਤਮ ਹੋ ਗਿਆ ਜੀ। ਬੱਚੇ ਫਿਰ ਸਰਕਾਰੀ ਸਕੂਲ ਚਲੇ ਗਏ,
ਕੰਮ ਮੈਂ ਮੇਰੇ ਸਿਰ ਤੇ ਸੀਗਾ ਕੰਮ, ਮੈਂ ਕੰਮ ਤੋਂ ਘਰੇ ਬੈਠ ਗਿਆ, ਬਾਹਜ ਹੋ ਗਿਆ, ਉੱਪਰੋਂ ਇਹ ਖਰਚਾ ਹੋ ਗਿਆ ਆਪਰੇਸ਼ਨਾਂ ਦਾ, ਦਵਾਈਆਂ ਦਾ, ਫਿਰ ਕੋਰਟ ਕਚਹਿਰੀ ਦਾ, ਉਹਦਾ ਕਰਜ਼ੇ ਨੀਚੇ ਆ ਗਿਆ ਜੀ। ਸਰ ਧਰਮਪਾਲ ਜੀ, ਚਲੋ ਇਹ ਤੇ ਤਸ਼ੱਦਦ ਜਿਹੜਾ ਪੁਲਿਸ ਵੱਲੋਂ ਹੋਇਆ ਬੱਚਿਆਂ ਨਾਲ, ਇਸ ਤਰ੍ਹਾਂ ਘਰ ਦੇ ਵਿੱਚ ਹੋਰ ਕੋਈ ਕਮਾਉਣ ਵਾਲਾ ਨਹੀਂ ਹੈਗਾ? ਜਿਸ ਤਰ੍ਹਾਂ ਕਿ ਤੁਸੀਂ ਕਹਿ ਰਹੇ ਹੋ ਵਾਈਫ ਹੀ ਇਕੱਲੀ ਸਿਲਾਈ ਕਢਾਈ ਦਾ ਕੰਮ ਕਰਕੇ ਸਾਰਾ ਕੁਝ ਕਰਦੀ ਹੈ, ਕਿਸੇ NGO ਜਾਂ ਕਿਸੇ ਸੋਸ਼ਲ ਵਰਕਰ ਨਾਲ ਕੋਈ ਕੰਟੈਕਟ ਕਰਨ ਦੀ ਕੋਸ਼ਿਸ਼ ਕੀਤੀ, ਜਾਂ ਕਿਸੇ ਉੱਪਰ ਦਾ ਅਧਿਕਾਰੀ ਨਾਲ ਕਿਸੇ ਨਾਲ ਕੋਸ਼ਿਸ਼ ਕੀਤੀ ਗਈ ਕਿ ਸਾਡੇ ਨਾਲ ਇਸ ਤਰ੍ਹਾਂ ਹੋਇਆ ਹੈ ਤੇ ਸਾਨੂੰ ਇਨਸਾਫ ਦਿਵਾਇਆ ਜਾਵੇ? ਸਰ ਸਾਰੇ ਉੱਚ ਅਧਿਕਾਰੀ ਨਾਲ ਰਿਕੁਐਸਟ ਕਰ ਰਹੀ ਜੀ, SSP ਸਾਹਿਬ ਨੂੰ, IG ਸਾਹਿਬ ਨੂੰ, DGP ਸਾਹਿਬ ਨੂੰ, ਹਿਊਮਨ ਰਾਈਟ ਨੂੰ, ਇੱਥੋਂ ਤੱਕ ਕਿ PM ਨੂੰ ਤੇ ਰਾਸ਼ਟਰਪਤੀ ਨੂੰ ਵੀ। ਹਿਊਮਨ ਰਾਈਟ ਦਾ ਕਹਿਣਾ ਤਾਂ ਇਹ ਹੈ ਜੀ ਵੀ ਇਹ ਕੇਸ ਸਾਡੀ ਰੇਂਜ ਤੋਂ ਬਾਹਰ ਆ, ਅਸੀਂ ਇਸ ਦਾ ਕੁਝ ਨਹੀਂ ਕਰ ਸਕਦੇ। PM ਸਾਹਿਬ ਨੇ ਆਪਣਾ ਆਰਡਰ ਕਰਤੇ DGP ਸਾਹਿਬ ਨੂੰ, DGP ਸਾਹਿਬ ਨੇ PM ਦੇ ਆਰਡਰ 'ਤੇ ਕੋਈ ਕਾਰਵਾਈ ਨਹੀਂ ਕੀਤੀ ਜੀ। ਉਸ ਤੋਂ ਬਾਅਦ ਸਰ ਕਿਸੇ ਨੇ ਕਿਹਾ ਵੀ ਤੁਸੀਂ ਰਾਸ਼ਟਰਪਤੀ ਸਾਹਿਬ ਨੂੰ ਐਪਲੀਕੇਸ਼ਨ ਪਾ ਦਿਓ, ਉਹਨਾਂ ਨੂੰ ਵੀ ਪਾਤੀ ਜੀ ਰਾਸ਼ਟਰਪਤੀ ਸਾਹਿਬ ਨੂੰ। ਰਾਸ਼ਟਰਪਤੀ ਸਾਹਿਬ ਨੇ ਤੁਰੰਤ ਕਾਰਵਾਈ ਕਰਦੇ ਹੋਏ DGP ਸਾਹਿਬ ਨੂੰ ਫਿਰ ਮਾਰਕ ਕਰਤਾ ਵੀ ਪਹਿਲ ਦੇ ਆਧਾਰ 'ਤੇ ਇਨਸਾਫ ਦਿਵਾਇਆ ਜਾਵੇ ਅਤੇ ਰਿਪੋਰਟ ਭੇਜੀ ਜਾਵੇ। ਉਹ ਵੀ ਸਰ ਕਾਰਵਾਈ ਨਹੀਂ ਹੋਈ। ਹੁਣ ਤੁਸੀਂ ਦੇਖੋ ਇਨਸਾਫ ਕਿੱਥੇ ਤੱਕ, ਆਪਣਾ ਪੰਜਾਬ ਦੇ ਵਿੱਚ ਕੀ ਹਾਲਾਤ ਨੇ। PM ਦੀ ਆਰਡਰ 'ਤੇ ਕਾਰਵਾਈ ਨਹੀਂ ਹੁੰਦੀ, ਰਾਸ਼ਟਰਪਤੀ ਸਾਹਿਬ ਦੇ ਆਰਡਰ 'ਤੇ ਕਾਰਵਾਈ ਨਹੀਂ ਹੁੰਦੀ। ਹਿਊਮਨ ਰਾਈਟ ਕਹਿੰਦਾ ਸਾਡੀ ਰੇਂਜ ਤੋਂ ਕੇਸ ਬਾਹਰ ਆ, ਹੁਣ ਤੁਸੀਂ ਬੰਦਾ ਕਿਸ ਤੋਂ ਉੱਪਰ ਕਿੱਥੇ ਜਾਵੇ ਜੀ। ਸੋ ਤੁਸੀਂ ਦੇਖਿਆ ਕਿ ਬਹੁਤ ਵੱਡੀ ਗੱਲ ਹੈ, PM ਦੇ ਔਰ ਰਾਸ਼ਟਰਪਤੀ ਦੇ ਆਰਡਰਾਂ ਦੇ ਉੱਪਰ ਵੀ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ ਹੈਗੀ। ਧਰਮਪਾਲ ਇੱਕ ਬੇਸਹਾਰਾ ਹੋ ਕੇ ਬੈੱਡ ਦੇ ਉੱਪਰ ਬੈਠਾ ਹੋਇਆ ਹੈ, ਉਹਨੂੰ ਕੋਈ ਸਹਾਰਾ ਨਹੀਂ ਹੈਗਾ, ਸੁਣਵਾਈ ਕੋਈ ਨਹੀਂ ਕਰ ਰਿਹਾ ਹੈਗਾ। DGP ਨੇ ਵੀ ਆਰਡਰ ਕਰਤੇ ਨੇ ਪਰ ਪੁਲਿਸ ਕੋਈ ਸਾਰ ਨਹੀਂ ਲੈ ਰਹੀ ਹੈਗੀ, ਨਾ ਕੋਈ ਗੱਲ ਦੱਸ ਰਹੀ ਹੈ। ਅਸਲ ਕਹਾਣੀ ਕੀ ਸੀ ਕਿਸੇ ਨੂੰ ਵੀ ਪਤਾ ਨਹੀਂ। ਘਰ ਦੇ ਵੀ ਪਰਿਵਾਰ ਦੇ ਮੌਜੂਦ ਨੇ, ਛੋਟੇ ਛੋਟੇ ਬੱਚੇ ਨੇ ਨਾਲ, 2 ਕੁੜੀਆਂ ਤੇ 1 ਬੇਟਾ ਮੌਜੂਦ ਹੈ, ਧਰਮ ਪਤਨੀ ਮੌਜੂਦ ਹੈ, ਕਿਉਂਕਿ ਧਰਮ ਪਤਨੀ ਇੱਕ ਘਰ ਵਾਲੇ ਦੇ ਸਹਾਰੇ ਹੀ ਹੁੰਦੀ ਹੈ। ਉਹਨਾਂ ਨਾਲ ਵੀ ਗੱਲਬਾਤ ਕਰਾਂਗੇ। ਮੈਮ ਕੀ ਨਾਮ ਹੈ? ਕਿਉਂਕਿ ਘਰ ਵਾਲੇ ਦੇ ਉੱਪਰ ਹੀ ਸਹਾਰਾ ਹੁੰਦਾ ਹੈ ਤੇ ਤੁਸੀਂ ਸਹਾਰਾ ਹੀ ਤੁਹਾਡਾ ਇੱਕ ਬੇਸਹਾਰਾ ਬਣ ਚੁੱਕਿਆ ਹੈ, ਤੇ ਹੁਣ ਕਿਸ ਤਰ੍ਹਾਂ ਤੁਸੀਂ ਇਹਨੂੰ ਮਹਿਸੂਸ ਕਰ ਰਹੇ, ਕਿਉਂਕਿ ਕੋਈ ਸਾਥ ਨਹੀਂ ਲੈ ਰਹੇਗਾ? ਸੋ ਦੇਖੋ ਜੋ ਹੋਇਆ ਬਹੁਤ ਬੁਰਾ ਹੋਇਆ, ਪਰ ਇੱਕ ਅੱਜ ਕੁਝ ਕਰਾਂਗੇ ਤਾਂ ਹੀ ਕੁਝ ਅੱਗੇ ਮਿਲੇਗਾ। ਤੁਸੀਂ ਥੋੜਾ ਕੰਟਰੋਲ ਕਰੋ, ਕਿਉਂਕਿ ਰੋਣ ਨਾਲ ਕੁਝ ਨਹੀਂ, ਇੱਕ ਲੜਾਈ ਲੜਾਂਗੇ ਤਾਂ ਹੀ ਕੁਝ ਹਾਸਲ ਹੋਏਗਾ। ਕਿ ਹੁਣ ਕਿਸ ਤਰ੍ਹਾਂ ਮਹਿਸੂਸ ਕਰ ਰਹੇ ਹੋ, ਕਿਸ ਤਰ੍ਹਾਂ ਗੁਜ਼ਾਰਾ ਹੋ ਰਿਹਾ ਤੁਹਾਡਾ ਸਾਰਾ? ਸਰ ਸਾਡਾ ਗੁਜ਼ਾਰਾ ਤਾਂ ਬਹੁਤ ਔਖਾ ਹੋ ਰਿਹਾ, ਨਾ ਸਾਡੇ ਕੋਲ ਪੈਸੇ ਆ, ਘਰ ਦੇ ਮੇਰੇ ਮੰਜੇ ਤੇ ਬੈਠੇ ਨੇ। ਇਸ ਟਾਈਮ ਅਸੀਂ ਬਹੁਤ ਤੰਗ ਆ, ਬਹੁਤ ਜ਼ਿਆਦਾ। ਬੱਚਿਆਂ ਵੱਲ ਸਰ ਮੇਰੇ ਬੱਚੇ ਦੀ ਪੜ੍ਹਾਈ ਖਰਾਬ ਹੋ ਗਈ। ਅਸੀਂ ਇਹਨਾਂ ਨੂੰ ਬਣਾਉਣਾ ਚਾਹੁੰਦੇ ਸੀਗੇ ਕੁਝ ਵੀ, ਚਲੋ ਅਸੀਂ ਨਹੀਂ ਕੁਝ ਕਰ ਸਕਦੇ ਆਪਣੇ ਬੱਚਿਆਂ ਨੂੰ, ਤਾਂ ਅਸੀਂ ਕੁਝ ਕਰ ਬਣਾਵਾਂਗੇ। ਸਰ ਸਿਸਟਮ ਤਾਂ ਬਹੁਤ ਹੀ ਜ਼ਿਆਦਾ ਖਰਾਬ ਹੈ। ਸੋ ਤੁਸੀਂ ਦੇਖਿਆ ਕਿ ਇੱਕ ਘਰ ਵਾਲੀ ਇੰਨੀ ਪਰੇਸ਼ਾਨ ਹੋ ਚੁੱਕੀ ਹੈ ਕਿ ਸਿਸਟਮ ਤੋਂ ਇੰਨਾ ਦੁਖੀ ਹੋ ਚੁੱਕੀ ਹੈ ਕਿ ਸਿਸਟਮ ਬੁਰਾ ਹਾਲ ਹੈ। ਧਰਮਪਾਲ ਜੀ ਦੇ ਫਾਦਰ ਸਾਹਿਬ ਵੀ ਮੌਜੂਦ ਨੇ ਸਾਡੇ ਨਾਲ, ਉਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ, ਕਿਉਂਕਿ ਇਹ ਵੀ ਪੁਲਿਸ ਦੇ ਵਿੱਚ ਮੌਜੂਦ ਸੀ। ਸਰ ਤੁਸੀਂ ਵੀ ਮਹਿਕਮੇ ਦੇ ਵਿੱਚ ਰਹਿ ਕੇ ਆਏ ਹੋ, ਇਸ ਤਰ੍ਹਾਂ ਦਾ ਤਸ਼ੱਦਦ ਬੇਟੇ ਨਾਲ ਹੋਇਆ, ਕਿਸ ਤਰ੍ਹਾਂ ਦੇਖਦੇ ਹੋ ਪੁਲਿਸ ਨੂੰ? ਪੁਲਿਸ ਦਾ ਤਾਂ ਜੀ ਮੈਂ ਕਹਿੰਦਾ ਜੀ ਬਹੁਤ ਹੀ ਬੁਰਾ ਹਾਲ ਅੱਜ ਕੱਲ੍ਹ ਦਾ, ਤਾਂ ਕੋਈ ਸੁਣਵਾਈ ਕਿਸੇ 'ਚ ਉਹਨਾਂ ਨੇ ਕੋਈ ਪਰਵਾਹ ਨਹੀਂ ਕਰੀ ਵੀ ਇਹ ਕੌਣ ਮੁਲਾਜ਼ਮ ਦਾ ਆ, ਉਹਨਾਂ ਨੇ ਪੁੱਛਿਆ ਹੀ ਨਹੀਂ। SSP ਨੇ ਬਲਕਿ ਕਿਹਾ ਤੁਸੀਂ ਪਹਿਲਾਂ ਦੱਸ ਦਿੰਦੇ ਵੀ ਆਹ ਮੁਲਾਜ਼ਮ ਦਾ ਲੜਕਾ ਹੈ। ਜੇ ਚਲੋ ਠੀਕ ਹੈ ਮੈਂ ਮੰਨਦਾ, ਜੇ ਮੁਲਾਜ਼ਮ ਦਾ ਲੜਕਾ, ਜੇ ਮੁਲਾਜ਼ਮ ਦਾ ਨਾਂ ਵੀ ਹੋਵੇ ਫਿਰ ਉਹਨੂੰ ਮਾਰੇ ਦੇਣਾ। ਇਹ ਇੰਨਾ ਧੱਕਾ ਤਾਂ ਨਹੀਂ ਹੋਣਾ ਚਾਹੀਦਾ, ਕੋਈ ਇਹੋ ਜਿਹੀ ਗੱਲ ਨਹੀਂ। ਕਹਿੰਦਾ ਮੈਂ ਕਿਹਾ ਮੈਨੂੰ ਦੱਸੋ, ਮੈਂ ਬਲਕਿ ਕਿਹਾ ਮੈਂ ਕਿਹਾ ਮੈਨੂੰ ਇਹ ਦੱਸੋ ਵੀ ਪੁਲਿਸ ਪੁੱਛਦੀ ਕੀ ਹੈ, ਤੇਰਾ ਕੀ ਨਾਂ ਹੈ, ਤੇਰੇ ਪਿਓ ਦਾ ਕੀ ਨਾਂ ਹੈ, ਤੇਰਾ ਪਿਓ। ਇਹ ਤਾਂ ਸ਼ੁਰੂਆਤ ਤੁਸੀਂ ਕਹਿੰਦੇ ਉਸਨੇ ਦੱਸਿਆ ਨਹੀਂ ਹਾਲੇ ਤੱਕ ਸਾਨੂੰ ਵੀ ਮੈਂ ਮੁਲਾਜ਼ਮ ਦਾ ਲੜਕਾ। ਇਸ 'ਤੇ ਤਾਂ ਸ਼ੁਰੂ ਹੀ ਹੁੰਦਾ ਕੰਮ। ਤੁਹਾਨੂੰ ਪੁੱਛਿਆ ਕੀ ਹੈ, ਉਸਨੂੰ ਕੀ ਦੱਸੋ, ਉਹਨੇ ਐਵੇਂ ਲੱਤ ਤੋੜਤੀ ਉਹਦੀ ਜਾ ਕੇ। ਇਹ ਸਿਰਫ ਇਹ ਜਿਹੇ ਬਹਾਨੇ ਮਿਲਾ ਕੇ ਜੀ ਕਹਿੰਦੇ ਨਹੀਂ ਜੀ। ਉਹਨਾਂ ਨੇ ਮੈਨੂੰ 2.5 ਮਹੀਨੇ ਤੱਕ ਇਹਨਾਂ ਨੇ ਲੁਕੋ ਕੇ ਰੱਖਿਆ। ਕੋਈ ਅੱਜ ਤਾਂ ਇਹ ਸਮਝਿਆ ਸੀ ਵੀ ਕੀ ਪਤਾ ਇਹਨਾਂ ਨੇ ਮਾਰੇ ਦੀਆਂ ਹੋਵੇ, ਜਿਹੜੇ ਕਿ ਸਾਨੂੰ ਦਿਖਾਉਂਦੇ ਨਹੀਂ, ਜਾਂ ਕੀ ਕਹਾਣੀ ਹੈ ਕੀ ਨਹੀਂ ਹੈ। ਹੌਸਪੀਟਲ ਦੇ ਵਿੱਚ ਵੀ ਇਹਨਾਂ ਨੇ ਇਲਾਜ ਕਰਾਇਆ,
ਉਹਦੇ ਬਾਰੇ ਵੀ ਸਾਨੂੰ, ਅਸੀਂ ਗਏ ਹਾਂ ਉੱਥੇ ਰੁੜਦੇ ਵੀ ਚੱਲ ਦੇਖ ਲਏ, ਸਾਨੂੰ ਇਹਦੀ ਆਵਾਜ਼ ਜ਼ਰੂਰ, ਇਹਦਾ ਜਿਹੜਾ ਬੈੱਡ ਹੈ ਉਹ ਵੀ ਇੱਕ ਉਹ ਹਵਾਲਾ ਦੀ ਤਰ੍ਹਾਂ ਇੱਕ ਸਾਈਡ ਦਰਵਾਜ਼ੇ 'ਤੇ ਇੱਕ ਪਾਸੇ ਰੱਖਿਆ ਸੀਗਾ, ਸਾਨੂੰ ਆਵਾਜ਼ ਆਉਂਦੀ ਸੀ। ਇਹ ਨਹੀਂ ਪਤਾ ਵੀ, ਪਰ ਇਹਨੂੰ ਸ਼ਕਲ ਨਹੀਂ ਸਾਨੂੰ ਦੇਖਣ ਦੀ ਵੀ ਉਹ ਕਰਦੇ ਕੀ ਹੈ ਕੀ ਨਹੀਂ। ਇਸ ਤਰ੍ਹਾਂ ਦਾ ਵਤੀਰਾ ਪੁਲਿਸ ਦਾ ਕੀਤਾ ਜਾ ਰਿਹਾ ਹੈ, ਕਿਸ ਤਰ੍ਹਾਂ ਸਮਝਦੇ ਹੋ? ਕਿਉਂਕਿ ਪੁਲਿਸ ਕਈ ਵਾਰ ਤੇ ਜਾਣੀ ਜਾਂਦੀ ਹੈ ਕਿ ਆਪਣੇ ਵਧੀਆ ਕਾਰਨਾਮਿਆਂ ਨੂੰ, ਕਿ ਹਾਂ ਵਧੀਆ ਕੰਮ ਕੀਤੇ ਨੇ, ਜਿਵੇਂ ਗੈਂਗਸਟਰ ਹੋ ਗਏ ਉਹਨਾਂ ਨੂੰ ਅਰੈਸਟ ਕਰ ਰਹੀ ਹੈ ਜਾਂ ਉਹਨਾਂ ਨੂੰ ਖਤਮ ਹੀ ਕਰ ਰਹੀ ਹੈ। ਹੁਣ ਪੁਲਿਸ ਇਸ ਤਰ੍ਹਾਂ ਦੇ ਤਸ਼ੱਦਦ ਕਰ ਰਹੀ ਹੈ, ਇਸ ਪੁਲਿਸ ਨੂੰ ਕਿਸ ਤਰ੍ਹਾਂ ਦੇਖ ਰਹੇ ਹੋ? ਕਿਉਂਕਿ ਤੁਸੀਂ ਵੀ ਮਹਿਕਮੇ ਦੇ ਵਿੱਚ ਰਹਿ ਕੇ ਆਏ ਹੋ। ਹਾਂਜੀ ਹਾਂਜੀ, ਨਹੀਂ ਜੀ ਨਹੀਂ, ਮੈਂ ਤਾਂ ਕਹਿੰਦਾ ਨਹੀਂ ਆ ਵੀ ਜਿਹੜੇ ਸਾਡੇ ਨਾਲ ਜਿਹੜੀ ਹੋਈ ਹੈ, ਮੈਂ ਕਹਿੰਦਾ ਨੇ ਅੱਤਵਾਦੀਆਂ ਨਾਲੋਂ ਵੀ ਭੈੜਾ ਹਾਲ ਕਰਿਆ ਜੀ ਸਾਡੇ ਬੱਚੇ ਦਾ। ਇਹ ਬੇਕਸੂਰ, ਇੱਕ ਅਸੀਂ ਇੱਜ਼ਤਦਾਰ ਬੰਦੇ, ਸਾਡੀ ਖਾਨਦਾਨੀ ਦੇ ਵਿੱਚ ਕੋਈ ਇਹੋ ਜਿਹੀ ਗੱਲ ਨਹੀਂ ਹੈਗੀ ਵੀ ਅਸੀਂ ਚੋਰੀਆਂ ਚਾਰੀਆਂ, ਚਲੋ ਬੱਚੇ ਲੜਾਈ ਝਗੜੀ ਛੋਟੀ ਮੋਟੀ ਕਰ ਉਹ ਤਾਂ ਬਾਤ ਵੱਖਰੀ ਹੈ, ਲੇਕਿਨ ਆਹ ਚੋਰੀਆਂ ਚਾਰੀਆਂ ਸਾਡੀ ਖਾਨਦਾਨੀ ਤਾਂ ਇੱਕ ਜ਼ੀਰੋ ਬਣਾ ਕੇ ਰੱਖਤੇ ਇਹਨਾਂ ਨੇ ਇਸ ਕੇਸ ਦੇ ਵਿੱਚ ਪਾ ਕੇ। ਅਸੀਂ ਸਾਰੇ ਰਿਸ਼ਤੇਦਾਰਾਂ 'ਤੇ ਵੀ ਉਹਨਾਂ ਸਾਰਿਆਂ ਦੀ ਨਜ਼ਰਾਂ 'ਤੇ ਅੰਦਾਜ਼ ਹੋ ਗਏ ਆ। ਸੋ ਤੁਸੀਂ ਦੇਖਿਆ ਇਹਨਾਂ ਦੇ ਪਿਤਾ ਜੀ ਦਾ ਸਾਫ਼ ਕਹਿਣਾ ਕਿ ਮੇਰਾ ਬੇਟਾ ਕੋਈ ਆਤੰਕਵਾਦੀ ਨਹੀਂ ਸੀ ਹੈਗਾ। ਜੇ ਇੱਕ ਚੋਰੀ ਦਾ ਇਲਜ਼ਾਮ ਲੱਗ ਰਿਹਾ ਸੀ ਤਾਂ ਉਹਨੂੰ ਚੋਰੀ ਦੀ ਤਰ੍ਹਾਂ ਲੈਂਦੇ, ਆਤੰਕਵਾਦੀਆਂ ਦੀ ਤਰ੍ਹਾਂ ਨਾ ਉਹਨੂੰ ਇਸ ਤਰ੍ਹਾਂ ਦਾ ਤਸ਼ੱਦਦ ਕਰਦੇ। PM ਨਰਿੰਦਰ ਮੋਦੀ ਨੂੰ ਵੀ ਪੱਤਰ ਲਿਖਿਆ ਗਿਆ, ਉਹਨਾਂ ਵੱਲੋਂ ਵੀ ਇੱਕ DGP ਨੂੰ ਆਰਡਰ ਆਏ ਨੇ ਕਿ ਇਸ ਦੀ ਪੂਰੀ ਜਾਂਚ ਕਰਕੇ ਸਾਨੂੰ ਦਿੱਤੀ ਜਾਵੇ। ਧਰਮਪਾਲ ਜੀ, ਹੁਣ ਕਿੰਨਾ ਕੋਰਟ ਦੇ ਵਿੱਚ ਕੇਸ ਚੱਲ ਰਿਹਾ ਹੈ, ਕਿਸ ਤਰ੍ਹਾਂ ਹੁਣ ਕਾਰਵਾਈ ਚੱਲ ਰਹੀ ਹੈ ਤੁਹਾਡੇ ਜਿਹੜੀ ਹੈਗੀ ਹੈ? ਕੋਈ ਹੋਰ ਵੀ ਵਕੀਲ ਨੇ ਕੀ ਪਾਈ ਅੱਗੇ ਗੱਲ? ਹਜੇ ਤਾਂ ਕੋਈ ਕਾਰਵਾਈ ਹੋਈ ਨਹੀਂ ਜੀ ਕੋਰਟ 'ਚ ਵੀ। ਮੈਂ ਤਾਂ ਕੋਈ ਕੋਰਟ 'ਚ ਜਾ ਨਹੀਂ ਸਕਦਾ ਜੀ, ਮੈਂ ਤਾਂ ਮੇਰੀ ਉੱਥੇ ਉਹ ਲੱਗਿਆ ਹੋਇਆ, ਮੈਡੀਕਲ ਲੱਗਿਆ ਹੋਇਆ ਜੀ, ਮੇਰੀ ਜਗ੍ਹਾ ਡੈਡੀ ਚਲੇ ਜਾਂਦੇ ਜੀ। ਹਾਲੇ ਉਸ ਤੋਂ ਬਾਅਦ ਕਰੋਨਾ ਵਾਇਰਸ ਕਰਕੇ ਹਾਲੇ ਕੋਰਟ ਦੇ ਕੰਮ ਤਾਂ ਸਾਰੇ ਬੰਦ ਪਏ ਨੇ ਜੀ। ਜਿਸ ਤਰ੍ਹਾਂ ਗੱਲ ਕੀਤੀ ਜਾਵੇ ਕਿ ਨਰਿੰਦਰ ਮੋਦੀ ਨੂੰ ਵੀ ਤੁਸੀਂ ਪੱਤਰ ਲਿਖ ਲਏ, ਸਾਰਿਆਂ ਨੂੰ ਲਿਖ ਲਏ ਹੈਗੇ ਨੇ, ਹੁਣ ਕੋਈ ਸੋਰਸ ਆਫ ਇਨਕਮ ਕੀ ਹੈ ਤੁਹਾਡਾ ਹੁਣ ਘਰ ਦੇ ਵਿੱਚ? ਕੀ ਬਾਲਿਆਂ ਲਈ ਛੱਤ ਲੱਗ ਰਹੀ ਹੈ? ਜਿਸ ਤਰ੍ਹਾਂ ਕਿ ਅਗਰ ਚੋਰੀ ਦਾ ਇਲਜ਼ਾਮ ਲੱਗ ਰਿਹਾ ਹੈ, ਪਹਿਲੇ ਤਾਂ ਬੰਦਾ ਇੱਥੇ ਰਹਿੰਦਾ ਹੀ ਨਹੀਂ, ਚੋਰੀ ਕਰਕੇ ਵੀ ਅਗਰ ਕਿੰਨੇ ਕੁ ਦੀ ਚੋਰੀ ਹੋਏਗੀ ਜਿਹੜੀ ਕਿ ਇਲਜ਼ਾਮ ਲੱਗ ਰਿਹਾ, ਕਿੰਨੇ ਕੁ ਦਾ ਇਲਜ਼ਾਮ ਲਗਾਇਆ ਜਾ ਰਿਹਾ, ਕਿੰਨੇ ਪੈਸੇ ਦੀ ਅਮਾਊਂਟ ਸੀ ਉਹ ਸਾਰੀ? ਸਰ ਮੈਨੂੰ ਪ੍ਰੋਪਰ ਨਹੀਂ ਪਤਾ ਜੀ ਕਿੰਨੇ ਆ, ਕੋਈ 35 ਲੱਖ ਕਹਿ ਰਿਹਾ, ਕੋਈ 37 ਲੱਖ ਕਹਿ ਰਿਹਾ, ਮੈਨੂੰ ਪ੍ਰੋਪਰ ਨਹੀਂ ਇਸ ਚੀਜ਼ ਦਾ ਪਤਾ ਹੈਗਾ ਜੀ। ਉਦੋਂ ਉਹਨਾਂ ਨੂੰ ਪਤਾ ਹੋਏਗਾ ਜੀ ਜਿਹਨੇ ਕੀਤੀ ਹੈ। ਮੈਨੂੰ ਤਾਂ ਪੁਲਿਸ ਵਾਲੇ ਕਹਿ ਰਹੇ ਸੀਗੇ ਕੋਈ 35 ਕਹਿ ਰਹੇ ਸੀ, ਕੋਈ 37 ਲੱਖ ਕਹਿ ਰਿਹਾ ਸੀਗਾ, ਪ੍ਰੋਪਰ ਮੈਨੂੰ ਦਾ ਐਗਜ਼ੈਕਟ ਨਹੀਂ ਪਤਾ ਹੈ ਜੀ ਕਿੰਨੀ ਹੈ। ਸਰਕਾਰ ਦਾ ਕੋਈ ਨੁਮਾਇੰਦਾ ਆਇਆ ਜਾਂ ਕੀ ਗੁਹਾਰ ਲਵਾਉਣਾ ਚਾਹੁੰਦੇ ਹੋ ਹੁਣ ਸਾਰੀ ਸਰਕਾਰ ਦੇ ਨਾਲ? ਕੀ ਇਸ ਤਰ੍ਹਾਂ ਦਾ ਤਸ਼ੱਦਦ ਜਿਹੜਾ ਪੁਲਿਸ ਵੱਲੋਂ ਕੀਤਾ ਗਿਆ, ਕੀ ਗੁਹਾਰ ਲਗਾਓਗੇ ਹੁਣ? ਸਰ ਗੁਹਾਰ ਮੈਂ ਕੀ ਲਗਾਉਣੀ, ਮਤਲਬ ਇਨਸਾਫ ਚਾਹੀਦਾ ਆਪਾਂ ਨੂੰ, ਜਿਹੜੇ ਜਿਨ੍ਹਾਂ ਨੇ ਇਹ ਕੰਮ ਕੀਤਾ ਉਹਨਾਂ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ। ਮੈਨੂੰ ਇਨਸਾਫ ਚਾਹੀਦਾ, ਇਨਸਾਫ ਮਿਲਣਾ ਚਾਹੀਦਾ ਜੀ, ਕਿਉਂਕਿ ਮੇਰੇ ਤਾਂ ਜ਼ਿੰਦਗੀ ਨਰਕ ਬਣ ਗਈ ਜੀ। ਹੁਣ ਮੈਂ ਹੁਣ ਸਾਰੀ ਉਮਰ ਕੰਮ ਨਹੀਂ ਕਰ ਸਕਦਾ, ਉਹ ਬੱਚੇ ਨੂੰ ਕਿਸ ਤਰ੍ਹਾਂ ਪਾਲੂੰਗਾ ਜੀ? ਪਹਿਲਾਂ ਤਾਂ ਡਰਾਈਵਰੀ ਕਰਦਾ ਸੀਗਾ, ਹੁਣ ਡਰਾਈਵਰੀ ਕਰਨ ਤੋਂ ਵੀ ਗਿਆ ਜੀ, ਲੱਤ ਡੈਮੇਜ ਹੋ ਚੁੱਕੀ ਹੈ ਜੀ। ਇਸ ਚੀਜ਼ ਦਾ ਇਨਸਾਫ ਹੋਣਾ ਚਾਹੀਦਾ ਜੀ। ਸੋ ਦੇਖਿਆ ਤੁਸੀਂ ਧਰਮਪਾਲ ਕਿਸ ਤਰ੍ਹਾਂ ਨਾਲ ਇੱਕ ਅਪਾਹਿਜ ਹੋ ਕੇ ਬੈੱਡ ਦੇ ਉੱਪਰ ਬੈਠ ਗਿਆ ਤੇ ਉਹ ਸਰਕਾਰ ਤੋਂ ਤੇ ਕੇਂਦਰ ਸਰਕਾਰ ਤੋਂ ਇਨਸਾਫ ਦੀ ਗੁਹਾਰ ਕਰ ਰਿਹਾ ਹੈ ਕਿ ਮੈਨੂੰ ਇਨਸਾਫ ਦਿੱਤਾ ਜਾਵੇ। ਤੇ ਮੋਦੀ, ਨਰਿੰਦਰ ਮੋਦੀ PM ਨੂੰ ਵੀ ਚਿੱਠੀ ਲਿਖ ਚੁੱਕਿਆ ਹੈ, ਰਾਸ਼ਟਰਪਤੀ ਜੀ ਨੂੰ ਵੀ ਚਿੱਠੀ ਲਿਖ ਚੁੱਕਿਆ ਹੈ, ਮਾਨਯੋਗ ਅਦਾਲਤ 'ਚ ਵੀ ਪੇਸ਼ ਹੋ ਕੇ ਉਹਨਾਂ ਨੇ ਕਿਹਾ ਕਿ ਮੈਨੂੰ ਇਨਸਾਫ ਦਿਵਾਇਆ ਜਾਏ ਕਿਉਂਕਿ ਇਸ ਚੋਰੀ ਦੇ ਵਿੱਚ ਮੇਰਾ ਕੋਈ ਹੱਥ ਨਹੀਂ ਸੀ ਹੈਗਾ, ਮੈਨੂੰ ਸਿਰਫ ਤੇ ਸਿਰਫ ਫਸਾਇਆ ਜਾ ਰਿਹਾ ਹੈ। ਪਟਿਆਲਾ ਤੋਂ ਕੈਮਰਾਮੈਨ ਆਕਾਸ਼ ਦੇ ਨਾਲ ਕੁਲਵਿੰਦਰ ਘੁੰਮਣ ਦੀ ਰਿਪੋਰਟ।